ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੀ ਸ਼ੁਰੂਆਤ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਦੇ ਨਾਲ। ਦੀਪ ਸਿੱਧੂ ਦਾ ਪੁਲਿਸ ਰਿਮਾਂਡ ਵਧਿਆ। ਜੀ ਹਾਂ, ਪੁਲਿਸ ਨੂੰ 7 ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਤੇ ਅੱਜ ਹੀ ਖਤਮ ਹੋਇਆ ਸੀ 7 ਦਿਨ ਦਾ ਪੁਲਿਸ ਰਿਮਾਂਡ। ਤਾਂ 9 ਫਰਵਰੀ ਨੂੰ ਪੁਲਿਸ ਨੇ ਕਰਨਾਲ ਤੋਂ ਦੀਪ ਸਿੱਧੂ ਨੂੰ ਕਾਬੂ ਕੀਤਾ ਸੀ। ਮੁੱਖ ਮੁਲਜ਼ਮ ਹੈ ਜਿਹੜੀ ਲਾਲ ਕਿਲ੍ਹਾ ਉੱਪਰ 26 ਜਨਵਰੀ ਨੂੰ ਹਿੰਸਾ ਹੋਈ ਸੀ, ਤਾਂ ਅੱਜ ਉਸ ਨੂੰ ਦੁਬਾਰਾ ਪੁਲਿਸ ਰਿਮਾਂਡ 7 ਦਿਨ ਦਾ ਹੋਰ ਮਿਲ ਗਿਆ ਦੀਪ ਸਿੱਧੂ ਦਾ। ਇਸ ਤੋਂ ਪਹਿਲਾਂ ਅੱਜ 7 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣਾ ਸੀ। ਤੁਹਾਨੂੰ ਦੱਸ ਦਈਏ ਕਿ 9 ਫਰਵਰੀ ਨੂੰ 26 ਜਨਵਰੀ ਤੋਂ ਬਾਅਦ ਲਗਾਤਾਰ ਭਗੌੜਾ ਸੀ ਦੀਪ ਸਿੱਧੂ, ਔਰ 9 ਫਰਵਰੀ ਨੂੰ ਪੁਲਿਸ ਨੇ ਲੰਮੀ ਕਰੜੀ ਮੁਸ਼ੱਕਤ ਤੋਂ ਬਾਅਦ ਕਰਨਾਲ ਤੋਂ ਦੀਪ ਸਿੱਧੂ ਨੂੰ ਕਾਬੂ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ। ਉਸ ਤੋਂ ਬਾਅਦ ਅੱਜ ਜਿਹੜਾ ਉਹ ਪੁਲਿਸ ਰਿਮਾਂਡ ਖਤਮ ਹੋਣਾ ਸੀ ਤੇ ਅੱਜ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਤੋਂ ਪੁਲਿਸ ਨੂੰ 7 ਦਿਨਾਂ ਦਾ ਹੋਰ रिमांड मिल चुका है। इस खबर से गलबात करते हैं, साढ़े सहयोगी सुशील पांडे जुड़ चुके हैं। सुशील, पहले 7 दिन का रिमांड आज खत्म होना था, उसके बाद ठीक आज और 7 दिन का पुलिस रिमांड मिला है, तो क्या लग रहा है कई और बड़े खुलासे होने अभी बाकी हैं? जी बिल्कुल, साफ तौर से कहीं ना कहीं इस पूरे मामले में स्पेशल सेल ने कोर्ट में साफ तौर से दलील दी है कि दीप सिद्धू को लेकर कई जो 26 जनवरी को पत्र हुआ था उसको लेकर कई खुलासे बाकी हैं। मनी ट्रेल जो है इस पूरे मामले को लेकर कई देशों से दीप सिद्धू और उनसे जुड़े हुए लोगों को पैसे भी भेजे गए हैं, उस मनी ट्रेल का भी पता लगाना है। साथ ही साथ इस पूरे मामले में दीप सिद्धू को लेकर स्पेशल सेल ने कोर्ट में ये भी कहा कि इकबाल सिंह और दीप सिद्धू को आमने सामने बैठाकर कन्फ्रंट करवाना है। सबसे महत्वपूर्ण बात स्पेशल सेल ने कोर्ट में ये कहा कि जो दीप सिद्धू का मोबाइल है उस मोबाइल के डेटा को रिकवर करने के बाद कई अहम खुलासे करने हैं, जिसको लेकर फिलहाल दीप सिद्धू को हरियाणा और पंजाब के कई इलाकों में भी स्पेशल सेल लेकर जाना चाहती है कि जिस दौरान वो बाहर थे उन्होंने कहाँ पर अपने आप को रखा है, और सबसे महत्वपूर्ण बात इनके पीछे कौन कौन लोग शामिल हैं। और इसीलिए फिलहाल स्पेशल सेल ने कोर्ट से 7 दिन की और कस्टडी मांगी है फिलहाल इस पूरे मामले में। बिल्कुल, तो फिलहाल के लिए बहुत बहुत धन्यवाद सुशील। तो कोर्ट वालों 7 दिन की होर जिहड़ा पुलिस रिमांड दे दिता गया, क्योंकि पुलिस ने तक रखा सी कि हले होर कई अहम खुलासे होने बाकी ने, होर हले इन्फॉर्मेशन दीप सिद्धू के कोलों लैनी, और खास तौर के उपर वो मोबाइल फोन जिहड़ा सिद्धू उस दौरान यूज कर रहा सी उसके अकॉर्डिंग भी हले उस तो भी कई सुराख हले अगे मिलणगे। और सब तो वड्डी गल कि इस दे पिछे सब दे पिछे कि इसका हाथ सी, मास्टरमाइंड कोई होर सी या फिर होर किहड़े-किहड़े लोग उस जिहड़ी 26 जनवरी ਨੂੰ ਹਿੰਸਾ ਹੋਈ ਸੀ ਉਸ ਦੇ ਪਿੱਛੇ ਕਿਹਨਾਂ ਦਾ ਸੰਬੰਧ ਹੈ, ਤਾਂ ਉਹਨਾਂ ਸਾਰਿਆਂ ਨੂੰ ਹਲੇ ਟ੍ਰੇਸ ਕੀਤਾ ਜਾਣਾ ਦੱਸਦੇ, ਜਿਸ ਦੇ ਧਿਆਨ ਵਿੱਚ ਚੱਲਦੇ ਹੋਏ ਕੋਰਟ ਵੱਲੋਂ 7 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ। ਤਾਂ ਕਿਤੇ ਨਾ ਕਿਤੇ ਕਹਿ ਸਕਦਾ ਕਿ ਦੀਪ ਸਿੱਧੂ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਹਲੇ ਹੋਰ ਮੁਸ਼ਕਿਲ ਭਰਿਆ ਰਹਿਣ ਵਾਲਾ ਹੈ। ਤੇ ਹੁਣ ਗੱਲ ਕਰਦੇ ਹਾਂ ਅਗਲੀ ਅਹਿਮ ਖਬਰ ਦੀ। ਹਰਿਆਣਾ ਦੇ ਸਾਬਕਾ ਸੀਐਮ ਨਾਲ ਜੁੜੀ ਵੱਡੀ ਖਬਰ ਹੈ। ਭੁਪਿੰਦਰ ਹੁੱਡਾ ਖਿਲਾਫ ਚਾਰਜ ਸ਼ੀਟ ਦਾਖਲ ਹੋਈ ਹੈ। ਪੰਚਕੂਲਾ ਲੈਂਡ ਸਕੈਮ ਵਿੱਚ ਸੀਡੀ ਦੀ ਇਹ ਕਾਰਵਾਈ ਕੀ ਦੱਸੀ ਜਾ ਰਹੀ ਹੈ। 21 ਹੋਰ ਮੁਲਜ਼ਮਾਂ ਖਿਲਾਫ ਵੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਤਾਂ ਵੱਡੀ ਖਬਰ ਇਸ ਵੇਲੇ ਦੀ ਹਰਿਆਣਾ ਦੇ ਸਾਬਕਾ ਸੀਐਮ ਨਾਲ ਜੁੜੀ ਵੱਡੀ ਖਬਰ ਹੈ। ਭੁਪਿੰਦਰ ਹੁੱਡਾ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਈਡੀ ਦੇ ਵੱਲੋਂ ਕਾਰਵਾਈ ਕਰਦੇ ਹੋਏ ਪੰਚਕੂਲਾ ਲੈਂਡ ਸਕੈਮ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਵਿੱਚ ਭੁਪਿੰਦਰ ਹੁੱਡਾ ਜਿਹੜੇ ਕਿ ਹਰਿਆਣਾ ਦੇ ਸਾਬਕਾ ਸੀਐਮ ਨੇ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ, ਔਰ ਉਹਨਾਂ ਤੋਂ ਬਿਨਾਂ 21 ਹੋਰ ਮੁਲਜ਼ਮਾਂ ਦੇ ਖਿਲਾਫ ਵੀ ਇਹ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਤਾਂ ਕਿਤੇ ਨਾ ਕਿਤੇ ਟੈਨਸ਼ਨ ਮੁਸ਼ਕਲ ਜਿਹੜੀ ਹੈ ਭੁਪਿੰਦਰ ਹੁੱਡਾ ਦੀ ਹੋਰ ਵਧਦੀ ਨਜ਼ਰ ਆ ਰਹੀ ਹੈ, ਕਿਉਂਕਿ ਈਡੀ ਦੇ ਵੱਲੋਂ ਕਾਰਵਾਈ ਦੇ ਦੌਰਾਨ ਉਹਨਾਂ ਦੇ ਵਿਰੁੱਧ ਹੁਣ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਤੇ ਉਹਨਾਂ ਦੇ ਸਮੇਤ 21 ਹੋਰ ਲੋਕਾਂ ਦੇ ਵਿਰੁੱਧ ਵੀ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਤੇ ਇਸ ਖਬਰ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਾਡੇ ਸਹਿਯੋਗੀ ਸ਼ੰਕਰ ਆਨੰਦ जुड़ चुके हैं दिल्ली तो। शंकर, होर की अपडेट है इस मामले दे विच हरियाणा के डिप्टी सीएम माफ करना एक्स सीएम के खिलाफ जी कार्रवाई की गई है ईडी के वलों? देखिए, जिस तरह से केंद्रीय जांच एजेंसी इस मामले की तफ्तीश कर रही थी, ईडी ने इस मामले की तफ्तीश करने के बाद चार्जशीट फाइल किया है, और उस चार्जशीट में पूर्व मुख्यमंत्री और आरोपी भूपेंद्र सिंह हुड्डा जो है उसका भी नाम है, और इस मामले में कई लोगों के खिलाफ बाकायदा नामजद किया गया है। जिस तरह से इस मामले में कई लोगों की जो भूमिका सामने आई थी, और इस मामले में कहा गया था कि जिस तरह से इस पूरे घोटाले को अंजाम दिया गया था, जिस तरह से पंचकुला लैंड स्कैम जो मामला है, इस मामले में आज से कुछ साल पहले जिस तरह से बाकायदा अंजाम देने में और उसका फायदा उठाने का कई लोगों का आरोप था, लिहाजा इस मामले की गंभीरता को देखते हुए जब इस मामले की इन्वेस्टिगेशन की गई और इन्वेस्टिगेशन करने के बाद चार्जशीट फाइल की गई है। और इस कहा जा सकता है कि अब चार्जशीट फाइल करने के बाद कुछ दिनों के बाद इसे औपचारिक तौर पर संज्ञान लिया जाएगा, और संज्ञान में लेने के बाद उसके बाद इस मामले पर तमाम जो अदालती कार्रवाई है उसको अंजाम दिया जाएगा। इस मामले में जो पूरा अगर मामला कहा जाए तो 14 इंडस्ट्रियल प्लॉट का मामला था, जो तकरीबन 30 करोड़
34 लाख रुपए में बकायदा बेचा गया था। और उस वक्त में जिस तरह से बकायदा हरियाणा अर्बन डेवलपमेंट अथॉरिटी यानी कि हुडा के जो चेयरपर्सन जो है वो उस वक्त के मौजूदा मुख्यमंत्री भूपेंद्र सिंह हुड्डा थे। और उनके कार्यकाल में जिस तरह से ये पंचकुला लैंड स्कैम घोटाला हुआ था, लिहाजा इसी बात की गंभीरता को देखते हुए उनको भी नामजद किया गया है। एक तरह से कह सकते हैं कि ईडी की जो तफ्तीश है, इस तफ्तीश में कई लोगों का नाम है और इस मामले में 14 इंडस्ट्रियल प्लॉट से जुड़ा हुआ मामला है, जिसको उस वक्त में काफी औने पौने दाम में सरकारी जमीन को उसको बेचने का आरोप लगा था। इस मामले में अब जिस तरह से बकायदा कुछ दिनों के बाद इसको औपचारिक तौर पर इसको संज्ञान में लिया जाएगा, इस चार्जशीट को, और संज्ञान में लेने के बाद फिर आगे की कार्रवाई को अंजाम दिया जाएगा। जी ਬਿਲਕੁਲ ਸ਼ੰਕਰ ਤਾਂ ਫਿਲਹਾਲ ਦੇ ਲਈ ਬਹੁਤ ਧੰਨਵਾਦ। ਤਾਂ ਮੁਸ਼ਕਲਾਂ ਕਹਿ ਸਕਦੇ ਹਾਂ ਕਿ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦੀਆਂ, ਕਿਉਂਕਿ ਈਡੀ ਨੇ ਕਾਰਵਾਈ ਕਰਦੇ ਹੋਏ ਇੱਕ ਜ਼ਮੀਨੀ ਜਿਹੜਾ ਜਿਸ ਨੂੰ ਕਿ ਜ਼ਮੀਨ ਸਸਤੇ ਭਾਅ ਦੇ ਵਿੱਚ ਵੇਚੀ ਸੀ, ਉਸ ਦੇ ਮਾਮਲੇ ਦੇ ਵਿੱਚ 5 ਸਾਲ ਪੁਰਾਣਾ ਮਾਮਲਾ, ਉਸ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਔਰ ਭੁਪਿੰਦਰ ਹੁੱਡਾ ਸਮੇਤ 21 ਹੋਰ ਮੁਲਜ਼ਮਾਂ ਦੇ ਖਿਲਾਫ ਵੀ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਔਰ ਜਲਦ ਹੀ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਅਗਲੀ ਬਣਦੀ ਕਾਰਵਾਈ ਵੀ ਈਡੀ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਵੇਗੀ। ਉਧਰ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਨੇ ਤੇ ਇੱਧਰ ਭਾਜਪਾ ਆਗੂਆਂ ਦੇ ਬੋਲ ਵਿਗੜਦੇ ਜਾ ਰਹੇ ਨੇ। ਹੁਣ ਮਦਨ ਮੋਹਨ ਮਿੱਤਰ ਨੇ ਕਿਸਾਨਾਂ ਦੀਆਂ ਮੌਤਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ ਅਤੇ ਅੰਦੋਲਨਕਾਰੀਆਂ ਨੂੰ ਹੀ ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। लेकिन ਜਿਹੜੇ 200 ਲੋਕ ਮਰ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਉਹਨਾਂ ਦੇ ਜ਼ਿੰਮੇਦਾਰ ਐਜੀਟੇਸ਼ਨ ਵਾਲੇ। ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ। ਨਾ ਕੜਾਕੇ ਦੀ ਠੰਡ ਤੇ ਨਾ ਹੀ ਵਰਦਾ ਮੀਂਹ ਕਿਸਾਨਾਂ ਨੂੰ ਰੋਕ ਸਕਿਆ ਤੇ ਇਸੇ ਹੀ ਅੰਦੋਲਨ ਦੇ ਵਿੱਚ ਹੁਣ ਤੱਕ 200 ਤੋਂ ਵੱਧ ਕਿਸਾਨ ਫੌਤ ਹੋ ਚੁੱਕੇ ਨੇ। ਪਰ ਬੀਜੇਪੀ ਆਗੂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਕਿੰਨੇ ਕੁ ਗੰਭੀਰ ਨੇ, ਕਿਸਾਨੀ ਪ੍ਰਤੀ ਕਿੰਨਾ ਕੁ ਦਰਦ ਹੈ, ਬੀਜੇਪੀ ਆਗੂਆਂ ਦੇ ਬਿਆਨਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਵੱਲੋਂ ਸ਼ਰਮਨਾਕ ਬਿਆਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਜੇਪੀ ਆਗੂ ਮਿੱਤਲ ਸਾਹਿਬ ਤਾਂ ਕਿਸਾਨਾਂ ਦੀਆਂ ਮੌਤਾਂ ਦੇ ਲਈ ਅੰਦੋਲਨਕਾਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਨੇ। ਮਦਨ ਮੋਹਨ ਮਿੱਤਲ ਦਾ ਤਰਕ ਹੈ ਕਿ ਸਰਕਾਰ ਨੇ ਕਿਹੜੀ ਗੋਲੀ ਚਲਵਾਈ ਹੈ, ਸਰਕਾਰ ਵੱਲੋਂ ਕਿਸਾਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਲੇਕਿਨ ਜਿਹੜੇ 200 ਲੋਕ ਮਰ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਉਹਨਾਂ ਦੇ ਜ਼ਿੰਮੇਦਾਰ ਐਜੀਟੇਸ਼ਨ ਵਾਲੇ। ਸਰਕਾਰ ਦੀ ਕਿਵੇਂ ਜ਼ਿੰਮੇਵਾਰੀ ਹੈ? ਸਰਕਾਰ ਨੇ ਉੱਥੇ ਗੋਲੀ ਚਲਾਈ ਹੈ, ਸਰਕਾਰ ਨੇ ਕੋਈ ਲਾਠੀ ਚਲਾਈ ਹੈ, ਸਰਕਾਰ ਨੇ ਕਿਸੇ ਕਿਸਮ ਦੀ ਕੋਈ ਕਾਰਵਾਈ ਕੀਤੀ, ਉਹਨਾਂ ਤੇ ਜ਼ਿਆਦਤੀ ਕੀਤੀ ਕੋਈ? ਇਸ ਤੋਂ ਪਹਿਲਾਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਵੀ ਅਜਿਹਾ ਹੀ ਸ਼ਰਮਨਾਕ ਬਿਆਨ ਦੇ ਚੁੱਕੇ ਨੇ। ਹਾਲਾਂਕਿ ਉਹਨਾਂ ਵੱਲੋਂ ਬਾਅਦ 'ਚ ਮਾਫੀ ਵੀ ਮੰਗ ਲਈ ਗਈ ਸੀ। ਤੁਹਾਨੂੰ ਜੇਪੀ ਦਲਾਲ ਦਾ ਵੀ ਪੂਰਾ ਬਿਆਨ ਸੁਣਾ ਦਿੰਦੇ ਆ। ये घर में होते तो भी मरते, यहाँ नहीं मर रहे क्या? ना मेरी बात सुन लो। आप ये लाख 2 लाख में से 200 6 महीने में नहीं मरते क्या? आप एक ये ऐਵੇਂ ही मर गए मेरी हाँ, कोई हार्ट अटैक होकर मर रहा है, कोई बुखार होकर मर रहा है। ਕਿਸਾਨਾਂ ਦੀ ਮੰਗ ਸਰਕਾਰ ਤੋਂ ਹੈ, ਇਸੇ ਕਰਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਇਹ ਵੀ ਸਾਫ਼ ਹੈ ਕਿ ਮਸਲੇ ਦਾ ਹੱਲ ਗੱਲਬਾਤ ਦੇ ਨਾਲ ਹੀ ਹੋਣਾ ਹੈ। ਪਰ ਜਦੋਂ ਅੰਦੋਲਨ ਨੂੰ ਕਰੀਬ 2.5 ਮਹੀਨੇ ਹੋ ਚੁੱਕੇ ਹੋਣ, ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹੋਣ, ਤਾਂ ਫਿਰ ਅਜਿਹੇ ਸੰਵੇਦਨਹੀਣ ਬਿਆਨ ਸ਼ੋਭਾ ਨਹੀਂ ਦਿੰਦੇ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਗੁਰਦਾਸਪੁਰ ਦੇ ਕਸਬਾ ਘੁਮਾਣ ਵਿੱਚ 12ਵੀਂ ਵਿੱਚ ਪੜ੍ਹਦੇ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਸਕੂਲ ਦੇ ਬਾਹਰ ਹੀ ਕੁਝ ਲੋਕਾਂ ਨੇ ਸਿਮਰਨਜੀਤ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਵਾਰਦਾਤ ਦੀ ਇਹ ਪੂਰੀ ਘਟਨਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਗੁਰਦਾਸਪੁਰ ਵਿੱਚ ਸ਼ਰੇਆਮ ਗੁੰਡਾਗਰਦੀ। ਸਕੂਲ ਦੇ ਬਾਹਰ ਲਹਿਰਾਏ ਹਥਿਆਰ। 12ਵੀਂ ਦੇ ਵਿਦਿਆਰਥੀ ਦੇ ਕਤਲ ਨੂੰ ਦਿੱਤਾ ਗਿਆ ਅੰਜਾਮ। ਇਹ ਸੀਸੀਟੀਵੀ ਫੁਟੇਜ ਘੁੰਮਣ ਦੇ ਸਰਕਾਰੀ ਸਕੂਲ ਦੀ ਹੈ, ਜਿੱਥੇ ਪੇਪਰ ਦੇ ਕੇ ਨਿਕਲੇ 12ਵੀਂ ਦੇ ਇੱਕ ਵਿਦਿਆਰਥੀ ਤੇ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਇਸ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ ਗਿਆ, ਲੇਕਿਨ ਉਸਨੇ ਰਾਹ ਦੇ ਵਿੱਚ ਹੀ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਇਹਨਾਂ ਦਾ ਹੀ ਝਗੜਾ, ਇਹਨਾਂ ਦੇ ਗੁਆਂਢੀ ਰਹਿੰਦੇ ਜਰਮਨਪ੍ਰੀਤ ਤੇ ਹਰਮਨਪ੍ਰੀਤ ਨਾਲ ਕੋਈ ਝਗੜਾ ਸੀ, ਕਿਸੇ ਗੱਲ ਤੋਂ, ਕੋਈ ਪਲਾਟ ਦੇ ਕਬਜ਼ੇ ਤੋਂ ਝਗੜਾ ਸੀ। ਪਹਿਲਾਂ ਪਰਚਾ ਵੀ ਦਰਜ ਹੋਇਆ। ਉਹਦੇ ਸੰਬੰਧ ਵਿੱਚ ਅੱਜ ਇਹ ਜਿਹੜਾ ਆਪਣਾ ਸਿਮਰਨਪ੍ਰੀਤ ਹੈ, ਇਹ
ਪਰਚਾ ਦੇ ਕੇ ਨਿਕਲਿਆ ਸੀ ਤੇ ਜਿਹੜੇ ਇਹ ਦੋ ਆਪਣੇ ਅਕਿਊਜ਼ ਨੇ ਉਹਨਾਂ ਨੇ ਇਹਨੂੰ ਦਾਤਰ ਮਾਰ ਕੇ ਜ਼ਖਮੀ ਕਰਤਾ ਤੇ ਜਿਹਦੀ ਕਿ ਜਨਤਾ ਇਹਨਾਂ ਦਾ ਰਸਤੇ 'ਚ ਮੌਤ ਹੋ ਗਈ ਆ ਤੇ ਅਸੀਂ ਜਿਹੜੀ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਲਈ ਹੈ। ਸਿਮਰਨਜੀਤ ਆਪਣੇ ਭਰਾ ਦੇ ਨਾਲ ਸਕੂਲ ਤੋਂ ਪੇਪਰ ਦੇ ਕੇ ਨਿਕਲਿਆ ਸੀ। ਇਸ ਗੱਲ ਤੋਂ ਬੇਖਬਰ ਕਿ ਬਾਹਰ ਖੜੇ ਕੁਝ ਮੁੰਡਿਆਂ ਨੇ ਮੌਤ ਬਣ ਕੇ ਉਸ ਦੇ ਸਿਰ ਤੇ ਵਰਨਾ ਹੈ। ਸਕੂਲ ਗੇਟ ਤੋਂ ਬਾਹਰ ਨਿਕਲਦੇ ਹੀ ਉੱਥੇ ਖੜੇ ਕੁਝ ਨੌਜਵਾਨਾਂ ਨੇ ਉਸ ਤੇ ਚਾਕੂ ਦੇ ਨਾਲ ਤਾਬੜਤੋੜ ਹਮਲਾ ਸ਼ੁਰੂ ਕਰ ਦਿੱਤਾ ਔਰ ਫਿਰ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਛੱਡ ਕੇ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਦੇ ਮੁਤਾਬਿਕ ਜ਼ਮੀਨੀ ਵਿਵਾਦ ਦੇ ਕਰਕੇ ਦੋ ਪਰਿਵਾਰਾਂ ਦੇ ਵਿੱਚ ਆਪਸੀ ਰੰਜਿਸ਼ ਸੀ ਔਰ ਮਾਮਲੇ ਦੀ ਸ਼ਿਕਾਇਤ ਫਿਲਹਾਲ ਪੁਲਿਸ ਨੂੰ ਦਿੱਤੀ ਗਈ ਹੈ। ਬਹਿਰਹਾਲ ਇਸ ਵਾਰਦਾਤ ਤੋਂ ਬਾਅਦ ਪੁਲਿਸ ਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਿਰ ਕਾਨੂੰਨ ਵਿਵਸਥਾ ਦੀ ਕਦੋਂ ਤੱਕ ਧੱਜੀਆਂ ਉੜਦੀਆਂ ਰਹਿਣਗੀਆਂ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਿਸ ਨਾਲ ਪੂਰਾ ਦੇਸ਼ ਇੱਕ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵਿੱਚ ਕਦਮ ਵਧਾ ਸਕੀਏ ਤੇ ਨੈਟਵਰਕ 18 ਇਸ ਮੁਹਿੰਮ ਵਿੱਚ ਹਰ ਕਦਮ ਉੱਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਉੱਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।